साहब आओ दूर साहब किताबां पहुंच गई तुहाडियां किताबां पहुंच गई सर तुहाडियां किताबां पहुंच गई। ਇਹ ਕਿਤਾਬ ਦਾ ਨਾਮ ਦਫ਼ਤਰ ਕਿ ਸਾਡੇ ਸਰਕਾਰੀ ਦਫ਼ਤਰਾਂ ਦਾ ਕੀ ਢਾਂਚਾ ਹੈ। ਜਿਹੜਾ ਟੀਚਾ ਸਰਦਾਰ ਭਗਵੰਤ ਸਿੰਘ ਮਾਨ ਨੇ 1992 ਤੋਂ ਲੈ ਕੇ ਅੱਲੜ ਉਮਰ ਦੇ ਵਿੱਚ ਲੈ ਕੇ ਜੋ ਭ੍ਰਿਸ਼ਟਾਚਾਰੀ ਸਿਸਟਮ ਤੇ ਤੰਜ ਕਸੇ ਆ ਉਹ ਇਸ ਕਿਤਾਬ ਨੇ ਪੂਰੇ ਕੀਤੇ ਆ। ਤੂਰ ਸਾਹਿਬ ਨੇ ਉਹਦੇ ਵਿੱਚ ਸਾਰਾ ਜ਼ਿਕਰ ਕੀਤਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਉਸ ਤੋਂ ਬਾਅਦ ਕਿਤਾਬਾਂ ਨੇ। ਇੱਕ ਕਿਤਾਬ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀਆਂ ਸਾਡੀਆਂ ਕਲਾਕ੍ਰਿਤਾਂ ਇਹਦੇ ਵਿੱਚ ਮੈਂ ਡਾਕਟਰ ਜਗਵਿੰਦਰ ਜੋਧਾ ਨੂੰ ਡਾਕਟਰ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਡਾਕਟਰ TS ਰਿਆੜ ਨੂੰ ਬੇਨਤੀ ਕਰਾਂਗਾ ਇਹ ਰਿਲੀਜ਼ ਕਰਾਉਣ ਔਰ ਮੈਡਮ ਸ਼ੀਤਲ ਚਾਵਲਾ ਜੀ ਜਿਨ੍ਹਾਂ ਨੇ ਯੋਗਦਾਨ ਪਾਇਆ ਡਾਕਟਰ ਅਨਲ ਸ਼ਰਮਾ ਜੀ। ਇਹ ਇੱਕ ਕਾਫੀ ਟੇਬਲ ਬੁੱਕ ਹੈ ਇੱਕ CD ਆ ਜਿਹਦੇ ਵਿੱਚ 9 ਗੀਤ ਹੈ ਕਿਸਾਨਾਂ ਦੇ ਕਿਸਾਨੀ ਦੇ ਜਿਵੇਂ ਸਰਜੀਤ ਭੁੱਲਰ ਗਾਉਂਦਾ ਹੁੰਦਾ ਨਾ ਭੁੱਲਰ ਸਾਹਿਬ ਇਸ ਤਰ੍ਹਾਂ ਦੇ ਗੀਤਾਂ ਦੀ ਅਸੀਂ CD ਕੱਢੀ ਆ। ਤੁਹਾਡੀ ਵੀ ਅਸੀਂ ਇਸ ਸੇਵਾਵਾਂ ਲਵਾਂਗੇ ਇਸ ਕੰਮ ਲਈ। ਹਾੜੀ ਦੀਆਂ ਫਸਲਾਂ ਇਹ ਕਿਤਾਬ ਜਿਹੜੀ ਇਸ ਵਾਰੀ ਨਵੀਂ ਆਈ ਆ ਉਹਦੇ ਸੰਪਾਦਕ ਸਾਹਿਬਾਨ ਨੂੰ ਮੇਰੀ ਬੇਨਤੀ ਆ ਕਿ ਇਹ ਕਿਤਾਬ ਨਾਲ ਰਿਲੀਜ਼ ਕਰਾਉਣ। ਮਾਨਯੋਗ ਵਾਈਸ ਚਾਂਸਲਰ ਸਾਹਿਬ ਇਹ ਰਿਲੀਜ਼ ਕਰਵਾ ਰਹੇ ਨੇ ਡਾਕਟਰ ਸਤਵੀਰ ਸਿੰਘ ਜੀ ਗੋਸਲ। ਧਾਲੀਵਾਲ ਸਾਹਿਬ ਇਹ ਕਲਾਕ੍ਰਿਤਾਂ ਦੀ ਕਿਤਾਬ ਹੈ ਜਿਹੜੀਆਂ PAU ਦੇ ਵਿੱਚ ਸ਼ਾਮਲ ਨੇ। ਇਸ ਤੋਂ ਬਾਅਦ ਮੈਂ ਵਿਸ਼ੇਸ਼ ਤੌਰ ਤੇ CM ਸਾਹਿਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਧਾਲੀਵਾਲ ਸਾਹਿਬ ਨੂੰ ਭੁੱਲਰ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਡਾਕਟਰ ਗੋਸਲ ਦੀ ਅਗਵਾਈ ਦੇ ਵਿੱਚ ਜਿੱਥੇ ਵਿਗਿਆਨਕ ਵੱਡੇ ਕੰਮ ਕਰਦੀ ਆ ਉੱਥੇ ਬਹੁਤ ਪਵਿੱਤਰ ਕੰਮ ਵੀ ਕਰਦੀ ਆ। ਗੁਰਦੁਆਰਾ ਸਾਹਿਬਾਨ ਦੇ ਵਿੱਚ ਖਾਸ ਤੌਰ ਤੇ ਹਰਮੰਦਰ ਸਾਹਿਬ ਦੇ ਵਿੱਚ ਮਾਨ ਸਾਹਿਬ ਜਿਹੜੀ ਦੁੱਖ ਪੰਜਨੀ ਬੇਰੀ ਆ ਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਿਹੜੇ ਦਰਖਤ ਹੈ ਉਹਨਾਂ ਦੀ ਸਾਂਭ ਸੰਭਾਲ ਸਾਡੇ ਸਾਇੰਟਿਸਟ ਕਰ ਰਹੇ ਆ। ਮੈਂ ਬੇਨਤੀ ਕਰਾਂਗਾ ਡਾਕਟਰ ਜਸਵਿੰਦਰ ਸਿੰਘ ਬਰਾੜ ਇਸ ਪ੍ਰਿੰਸੀਪਲ ਫਰੂਟ ਸਾਇੰਟਿਸਟ ਨੇ, ਡਾਕਟਰ ਸੰਦੀਪ ਸਿੰਘ ਸੀਨੀਅਰ ਐਂਟੋਮੋਲੋਜਿਸਟ ਨੇ, ਡਾਕਟਰ ਕਰਨਵੀਰ ਸਿੰਘ ਗਿੱਲ ਸਹਾਇਕ ਪ੍ਰੋਫੈਸਰ ਨੇ ਫਰੂਟ ਸਰ ਆ ਜਾਓ ਉੱਪਰ ਚਾਰੇ ਸਰ ਆ ਜਾਓ ਉੱਪਰ, ਡਾਕਟਰ ਨਰਿੰਦਰਪਾਲ ਸਿੰਘ ਜ਼ਿਲ੍ਹਾ ਪਸਾਰ ਮਾਹਰ ਅੰਮ੍ਰਿਤਸਰ ਚਾਰੇ ਇਕੱਠੇ ਆ ਕੇ ਅਵਾਰਡ ਲਓ ਸਰ ਮੁੱਖ ਮੰਤਰੀ ਸਾਹਿਬ ਤੋਂ। ਹਰਮੰਦਰ ਸਾਹਿਬ ਵਿਖੇ ਜਿਹੜੀ ਬੇਰੀ ਆ ਉਹਦਾ ਪਵਿੱਤਰ ਬੇਰੀ ਆ ਉਹਦਾ ਦੇਖਭਾਲ ਯੂਨੀਵਰਸਿਟੀ ਸਾਡੀ ਕਰਦੀ ਆ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ, ਗੁਰਦੁਆਰਾ ਕਟਾਣਾ ਸਾਹਿਬ ਉੱਥੇ ਸਾਂਭ ਸੰਭਾਲ ਸਾਹਿਬ ਹੁੰਦੀ ਆ। ਹੁਣ ਮੈਂ ਕਿਸਾਨਾਂ ਨੂੰ ਬੇਨਤੀ ਕਰਾਂਗਾ ਦੋਸਤੋ ਮੈਂ ਚਾਹੁੰਦਾ ਸੀ ਕਿ ਤੁਹਾਡੀ ਸਾਈਟੇਸ਼ਨ ਸਾਰੀ ਪੜ੍ਹਾਂ ਪਰ ਮੈਂ ਤੁਹਾਡੇ ਵਿੱਚੋਂ 2-2 ਲਾਈਨਾਂ ਪੜ੍ਹ ਕੇ ਤੁਹਾਨੂੰ ਬੁਲਾਵਾਂਗਾ। ਤੁਸੀਂ ਮੰਚ ਦੇ ਉੱਪਰ ਆਓ। ਪਹਿਲਾ ਸਾਹਿਬ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਭਾਈ ਬਾਬੂ ਸਿੰਘ ਬਰਾੜ ਸਰਵੋਤਮ ਛੱਪੜ ਅਵਾਰਡ ਆ ਜਿਹੜਾ ਉਹਦੀ ਸ਼ੁਰੂਆਤ ਕੀਤੀ ਗਈ ਆ ਕਿ ਜਿਹੜੇ ਪਿੰਡ ਨੇ ਪਿੰਡ ਦੀ ਸਫਾਈ ਵਧੀਆ ਕੀਤੀ ਹੋਵੇ, ਜਿਹੜੇ ਪਿੰਡ ਨੇ ਛੱਪੜਾਂ ਨੂੰ ਵਧੀਆ ਸੰਭਾਲਿਆ ਹੋਵੇ, ਇਹ ਜਿਹੜਾ ਅਵਾਰਡ ਹੈ ਇਹ ਰਣਸੀ ਕਲਾਂ ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਉਹਦੀ ਪੰਚਾਇਤ ਨੂੰ ਜਾਂਦਾ। ਮਾਨ ਸਾਹਿਬ ਮੈਂ ਦੱਸ ਰਿਹਾ 5 ਕਰੋੜ ਰੁਪਈਆ ਲਾ ਕੇ ਸੀਵਰੇਜ ਪਲਾਂਟ ਲਾਇਆ, 4 ਕਰੋੜ ਪਿੰਡ ਨੇ ਖਰਚਿਆ ਆਪਦੇ ਕੋਲੋਂ। 5 ਕਰੋੜ ਦੇ ਵਿੱਚੋਂ ਸਿਰਫ 1 ਕਰੋੜ ਰੁਪਏ ਦੀ ਸਬਸਿਡੀ ਮਿਲੀ ਔਰ ਉਹਦੇ ਸਰਪੰਚ ਸਰਦਾਰ ਪ੍ਰੀਤਿੰਦਰਪਾਲ ਸਿੰਘ ਆਉਣ ਇਹ ਅਵਾਰਡ ਲੈਣ। ਸਾਰੀ ਪੰਚਾਇਤ ਨੂੰ ਬਹੁਤ-ਬਹੁਤ ਮੁਬਾਰਕਾਂ। ਬਾਕੀ ਵੀ ਸੁਣ ਲਓ ਪਿੰਡਾਂ ਵਾਲਿਓ ਬੈਠੇ ਆ ਇੱਥੇ, ਅਗਲੇ ਪਿੰਡ ਇਹ ਅਵਾਰਡ ਤੁਹਾਡੇ ਪਿੰਡ ਜਾਣਾ ਚਾਹੀਦਾ ਅਗਲੇ ਸਾਲ। ਇਹ ਅੱਜ ਇੱਥੋਂ ਧਾਰ ਕੇ ਜਾਇਓ। ਉਸ ਤੋਂ ਬਾਅਦ ਮੈਂ ਫਾਰਮਰ ਨੂੰ ਬੇਨਤੀ ਕਰਾਂਗਾ ਸਰਦਾਰ ਮਨਜੀਤ ਸਿੰਘ ਨੂੰ, ਇਹ ਮਾਨਸਾ ਜ਼ਿਲ੍ਹੇ ਦੇ ਘਰਾਂਗਣਾ ਪਿੰਡ ਤੋਂ ਹੈ। ਆਓ ਜੀ ਸਰਦਾਰ ਮਨਜੀਤ ਸਿੰਘ ਖੜੇ ਹੋਵੋ ਇੱਧਰ ਆ ਕੇ। ਪਹਿਲਾਂ ਮੇਰੇ ਕੋਲ ਆ ਜਾਓ ਮੈਂ ਦੱਸ ਦਿਆਂ ਲੋਕਾਂ ਨੂੰ ਤੁਹਾਡੇ ਬਾਰੇ। ਇਹ ਖੇਤੀ ਦੇ ਰਵਾਇਤੀ ਢੰਗ ਤੋਂ ਹਟ ਕੇ ਨਵੀਨਤਮ ਸੋਚ ਸਬਜ਼ੀਆਂ ਦੀ ਪਨੀਰੀ ਦਾ ਉਤਪਾਦਨ ਕਰਦੇ ਆ। ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਮਾਹਰਾਂ ਦੇ ਸੰਪਰਕ ਵਿੱਚ ਰਹਿ ਕੇ 5 ਏਕੜ ਜ਼ਮੀਨ ਦੇ ਵਿੱਚ ਇਹਨਾਂ ਨੇ ਸਬਜ਼ੀਆਂ ਦੀ ਪਨੀਰੀ ਲਾਈ, ਆਪਣਾ ਕਾਰਜ ਆਪ ਕਰਦੇ ਆ ਇਹ ਔਰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਬਜ਼ੀਆਂ ਦੀ ਜਿਹੜੀ ਪਨੀਰੀ ਆ ਉਹਦਾ ਕੰਮ ਕੀਤਾ। ਸਬਜ਼ੀਆਂ ਦੀ ਕਾਸ਼ਤ ਦਾ ਅਸੀਂ ਸਰਦਾਰ ਉਜਾਗਰ ਸਿੰਘ ਧਾਲੀਵਾਲ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮਾਣ ਮਹਿਸੂਸ ਕਰਦੀ ਹੈ। ਉਸ ਤੋਂ ਅਗਲੇ ਸਾਡੇ ਜਿਹੜੇ ਅਵਾਰਡੀ ਨੇ ਭੈਣ ਜੀ ਸ਼੍ਰੀਮਤੀ ਵੀਰਪਾਲ ਕੌਰ ਮਾਨ ਸਾਹਿਬ। ਇਹ ਘਰੇਲੂ ਭੈਣ ਜੀ ਘਰੇਲੂ ਕੰਮਕਾਜ ਦੇ ਵਿੱਚ ਬਿਜੀ ਨੇ, ਫਿਰ ਵੀ ਇਹਨਾਂ ਨੇ MA ਪੰਜਾਬੀ ਕਰਕੇ 3 ਏਕੜ ਖੇਤ ਦੇ ਵਿੱਚ ਫਸਲਾਂ ਦੀ ਕਾਸ਼ਤ ਕੀਤੀ ਆ। ਨਾਲ ਡੇਅਰੀ ਤੇ ਪੋਲਟਰੀ ਦਾ ਇਹਨਾਂ ਨੇ ਨਾਲ ਸਹਾਇਕ ਧੰਦੇ ਕੀਤੇ। ਭੈਣ ਜੀ ਅਵਾਰਡ ਤੁਸੀਂ ਲਓ। ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਦੇ ਸੰਪਰਕ ਦੇ ਵਿੱਚ ਵਿਗਿਆਨੀਆਂ ਦੇ ਵਿੱਚ ਨੇ ਔਰ ਇਹਨਾਂ ਨੇ ਆਪਣੇ ਤਿਆਰ ਕੀਤੇ ਸਮਾਨ ਦੀਆਂ ਪ੍ਰਦਰਸ਼ਨੀਆਂ ਥਾਂ-ਥਾਂ ਤੇ ਜਾ ਕੇ ਲਾਈਆਂ, ਸਮਾਨ ਵੇਚਿਆ। ਸੋ ਇਹ ਔਰਤਾਂ ਦੇ ਲਈ ਬਹੁਤ ਇੱਕ ਮਿਸਾਲ ਕਾਇਮ ਕੀਤੀ। ਸਰਦਾਰਨੀ ਜਗਵੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ
पंजाब एग्रीकल्चर यूनीवर्सिटी इन्हों मान साहब तो दवा रही है। अगले साडे सन्मानित मेहमान ने सतनाम सिंह, ये बुरज थरोड़ पिंड तो है। 2.5 एकड़ जमीन इन्हां दी आपदी आ, 2 एकड़ जमीन ठेके ते लई आ, 4.5 एकड़ दी काम करी जांदे आ। कृषि विज्ञान केंद्र बठिंडा तो सिखलाई हासिल की आ। सब्जियां दी पनीरी ला के कणक झोने के रवायती चक्कर तो यह मुक्त होए आ। नदीना की हत्थी गोडी करने वाला एक किसान है। रसायन खादां की वरतों PAU के अनुसार करते आ। अपने इलाके के किसानों लिए चानन मुना रहे आ। कुदरती सोमिਆਂ की सांभ संभाल ते खेती वन संबंधता नूं हुलारा देने वाले सरदार सतनाम सिंह नूं सुरजीत सिंह ढिल्लों पुरस्कार असीं दे रहे हैं। इस तो अगले साडे ने सतपाल सिंह तूर, ये लुधियाना जिले के सवद्दी कलां दे ने। 5 एकड़ जमीन इन्हां कोले सीगी, इन्हां दे बाप दे कोले, ते अज 140 किले आ। ताड़ियां मार दिओ, ये मेहनत है इस बंदे दी। आलूआं दी मक्की दी काश्त करदे आ, ठीक है, आलूआं दा बीज भी तैयार करदे आ। सतपाल सिंह सारी खेती फसल की जिहड़ी रहंद खूंद है ਉਹਦੀ ਉਹ ਤਿਣਕਾ तक भी साड़ते नहीं। मानयोग वाइस चांसलर गोसल साहब ने ਤੁਹਾਨੂੰ आख्या पराली नहीं साड़नी, ये कुछ भी नहीं साड़ते, कोई चीज़ नहीं साड़ते। प्रवासी भारती पुरस्कार असीं इन्हां नूं दे रहे हैं। बहुत बहुत मुबारक सरदार सतपाल सिंह तूर जी। उस तो बाद अमरतपाल सिंह रंधावा, ये पंजाब एग्रीकल्चर यूनीवर्सिटी का स्टूडेंट है। MSc की है हॉर्टिकल्चर की इत्थों, तो MSc करके 54 किले रकबे दे विच खेती करता अमरतपाल रंधावा। नाशपाती, आड़ू, अलूचे, हल्दी, ये सारे कासे की काश्त करता। प्रोसैसिंग प्लांट इन्हें आप लाया। कच्ची हल्दी का पाउडर बना के पैकिंग करने का यह काम है। यूनीवर्सिटी के होर अदारियां तो इन्हें बहुत सारी सिखलाई ली आ। प्रवासी भारती पुरस्कार नाल इहनूं PAU सन्मानित कर रही है। इस तो बाद 3 पुरस्कार है मानयोग मान साहब। ये पुरस्कारों का नाम है मुख मंत्री पुरस्कार। ये गुरु अंगद देव वैटरनरी ते एनीमल हसबैंडरी यूनीवर्सिटी वालों दिते जा रहे हैं। ये पंजाब के जिला लुधियाना के पिंड राणवा के वसनीक सरदार बलविंदर सिंह, जिन्हों ने 2009 के डेयरी फार्म शुरू किया सी। जिमें जिमें इस किते विच रमजां उहनूं समझ आउंदियां गईयां, वो अपनियां गावां की गिनती वधाउंदा गया। इस वेले 132 गावां उहदे कोल 15 क्विंटल दुध हर रोज़ पैदा हुंदा है। डेयरी किते दे विच अपनी जानकारी नूं वधाउण लई ये ਵੱਖ-ਵੱਖ विचार गोष्ठियां च सैमीनारां च भी भाग लैंदे आ। सो इन्हां ये PDFA दे प्रधान है जिला लुधियाना दे। सो इन्हां नूं मुख मंत्री पुरस्कार है जिहड़ा वो गुरु अंगद देव वैटरनरी ते एनीमल साइंसिस यूनीवर्सिटी लुधियाना वालों दिता जा रहा है। मान महसूस किया जा रहा है। मैं नाल डॉक्टर इंद्रजीत सिंह होरी जिहड़े वाइस चांसलर मानयोग वाइस चांसलर उन्हां नूं इस शिरकत करन दी बेनती करांगा। इस तो अगले ने सरदार जतिंदरपाल सिंह, ये पंजाब के जिला लुधियाना के वसनीक है। BA की पढ़ाई ते कंप्यूटर साइंस का कोर्स इन्होंने किया। 2004 में इन्होंने पिंड मोही विच अपनी जमीन ते मुर्गी फार्म शुरू किया। इस वेले इन्हां कोले 1,14,000 मुर्गियां, थोड़े जे सालों च इन्होंने 1,14,000 मुर्गियां, 80,000 आंडे रोज़ पैदा करते हैं। ये तो शैड इन्हां दे आधुनिक तरीके नाल बनाए आ। ये यूनीवर्सिटी दी सिफारिशां के अनुसार चलते आ। इन्हां नूं गुरु अंगद देव वैटरनरी ते एनीमल साइंसिस यूनीवर्सिटी वालों मुख मंत्री पुरस्कार दिता जा रहा। बहुत बहुत मुबारकां जी। इस तो बाद सरदार सतनाम सिंह सपुत्र सरदार करम सिंह, ये वासी ने जी लुधियाना जिले के ससराली पिंड के। 2014 तो डेयरी पालन के इन्होंने शुरू किया जी काम। और गुरु अंगद देव वैटरनरी ते एनीमल साइंसिस यूनीवर्सिटी तो ट्रेनिंग लई, पदार्थ बनाउण दी ट्रेनिंग लई ते दुध की प्रोसैसिंग करके चीनी रहत फ्रूट क्रीम इन्होंने तैयार की आ। उच्च प्रोटीन लस्सी बनाउण दा भी काम नाल कीता। इस वेले इन्हां कोले 50 गावां, 20 मੱਝਾਂ घर दे विच है। 13 क्विंटल दुध रोज़ पैदा हुंदा। इन्हां नूं मुख मंत्री पुरस्कार है जिहड़ा वो गुरु अंगद देव वैटरनरी एनीमल साइंसिस यूनीवर्सिटी वालों दिता जा रहा। बहुत बहुत मुबारक। एक हुण खेती संदेश लेके जाओ जी मानयोग मुख मंत्री साहब कोल। खेती संदेश मान साहब, असी कोविड के दौरान जिहड़ा काम सीगा बहुत किया। हुण भी गोसल साहब की यह इच्छा है कि असी किसानों के कोल वध तो वध पहुँच गए। डॉक्टर सुखबीर सिंह गोसल चाहते हैं कि किसानों कोल पहुँचा जाए। खेती संदेश है जिहड़ा वो हर हफ्ते
ਲੱਖਾਂ ਕਿਸਾਨਾਂ ਕੋਲ ਪਹੁੰਚਦਾ, ਉਹ ਰਿਲੀਜ਼ ਹੋ ਰਿਹਾ। ਧਾਲੀਵਾਲ ਸਾਹਿਬ ਐਗਰੀਕਲਚਰ ਦੇ ਵਿੱਚ ਇੱਕ ਹੋਰ ਡਿਵੈਲਪਮੈਂਟ ਹੈ ਕਿ ਹਰਪ੍ਰੀਤ ਕੌਰ ਵਾਈਫ ਆਫ ਗੁਰਦੀਪ ਸਿੰਘ, ਇਹ ਗੱਦੋਵਾਲ ਪਿੰਡ ਤੋਂ ਨੇ ਔਰ ਇਹ ਆਰਗੈਨਿਕ ਜਿਹੜੀਆਂ ਚੀਜ਼ਾਂ ਤਿਆਰ ਕਰਦੇ ਆ। ਇੱਕ ਪੈਕਟ ਲੈ ਕੇ ਜਾਓ ਜੀ, ਉੱਥੇ ਲੈ ਜਾਓ ਡਰੈਗਨ ਫਰੂਟ, ਹਲਦੀ, ਆਰਗੈਨਿਕ। ਦੇ ਨਾਲ ਇਹ ਰੁਤਬਾ ਬਖਸ਼ਿਆ ਸਰਦਾਰ ਭਗਵੰਤ ਸਿੰਘ ਮਾਨ, ਪੰਜਾਬ ਦੇ ਚੀਫ ਮਿਨਿਸਟਰ। ਬਹੁਤ ਬਹੁਤ ਧੰਨਵਾਦ। ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਦੋਨੇ ਯੂਨੀਵਰਸਿਟੀਆਂ ਦਾ ਸਾਂਝਾ ਇਤਿਹਾਸਕ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਬਹੁਤ ਸਾਰੇ ਯੂਨੀਵਰਸਿਟੀ ਦੇ, ਦੋਨੇ ਯੂਨੀਵਰਸਿਟੀਆਂ ਦੇ ਅਧਿਕਾਰੀਗਣ, ਦੋਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਸਾਹਿਬ, ਡਾਇਰੈਕਟਰ ਸਾਹਿਬਾਨ, ਉਹਨਾਂ ਦਾ ਸਾਰਾ ਸਟਾਫ, ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਖੋਜਾਂ ਕਰਨ ਵਾਲੇ ਸਾਇੰਸਦਾਨ, ਇਹਨਾਂ ਦੋਵੇਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਵਾਲੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਔਰ ਬਹੁਤ ਭਾਰੀ ਗਿਣਤੀ ਦੇ ਵਿੱਚ ਅੱਜ, ਕਿਉਂਕਿ ਮੇਲਾ ਪਹਿਲਾਂ ਕਰੋਨਾ ਕਰਕੇ ਲੱਗ ਨਹੀਂ ਸਕਿਆ 2 ਸਾਲ, ਤੇ ਅੱਜ ਭਾਰੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਅਗਾਂਹ ਵਧੂ ਕਿਸਾਨ, ਪੰਜਾਬ ਦੀ ਖੇਤੀ, ਪੰਜਾਬ ਦੀ ਧਰਤੀ ਤੇ ਪੰਜਾਬ ਦੇ ਪੌਣ ਪਾਣੀ ਪ੍ਰਤੀ ਹਮਦਰਦੀ ਰੱਖਣ ਵਾਲੇ ਜਿੰਨੇ ਵੀ ਨੌਜਵਾਨ ਵੀਰ, ਬਜ਼ੁਰਗ, ਮਾਵਾਂ ਭੈਣਾਂ, ਜਿੰਨੇ ਵੀ ਤੁਸੀਂ ਗਿਣਤੀ 'ਚ ਪਹੁੰਚੇ ਹੋ, ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ। ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਮੈਂ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕਰਨ ਆਇਆ, ਮੈਂ ਕਿਸੇ ਦੀ ਕੋਈ ਨਿੰਦਿਆ ਚੁਗਲੀ ਨਹੀਂ ਕਰਨ ਆਇਆ। ਮੈਂ ਇਸ ਮੇਲੇ 'ਚ ਇਸ ਤੋਂ ਪਹਿਲਾਂ ਵੀ ਆਉਂਦਾ ਰਿਹਾ। ਸਭ ਤੋਂ ਪਹਿਲਾਂ ਤਾਂ ਉਦੋਂ ਆਉਂਦਾ ਰਿਹਾ ਜਦੋਂ ਮੈਨੂੰ ਕੋਈ ਜਾਣਦਾ ਨਹੀਂ ਸੀ, ਪਿੰਡੋਂ ਆਉਂਦੇ ਹੁੰਦੇ ਸੀ। 2 ਵਾਰੀ ਲੁਧਿਆਣੇ ਆਉਂਦੇ ਹੁੰਦੇ ਸੀ, ਇੱਕ ਵਾਰੀ ਮੇਲੇ 'ਚ ਯੂਨੀਵਰਸਿਟੀ ਵਾਲੇ 'ਚ, ਇੱਕ ਵਾਰੀ ਪ੍ਰੋਫੈਸਰ ਮੋਹਨ ਸਿੰਘ ਮੇਲੇ 'ਚ। ਉਸ ਤੋਂ ਬਾਅਦ ਬਤੌਰ ਕਲਾਕਾਰ ਦੇ ਤੌਰ ਤੇ ਵੀ ਆਉਂਦਾ ਰਿਹਾ, ਹੋਰ ਮੇਲਿਆਂ 'ਚ ਵੀ ਜਾਂਦਾ ਰਿਹਾ। ਨਾਭੇ ਮੇਲਾ ਬਹੁਤ ਵੱਡਾ ਲੱਗਦਾ, ਬਠਿੰਡੇ, ਹੋਰ ਸਾਰੇ ਪੰਜਾਬ ਦੇ ਵਿੱਚ ਮੇਲੇ ਆਯੋਜਿਤ ਕੀਤੇ ਜਾਂਦੇ ਨੇ। ਮੈਂ ਅੱਜ ਤੁਹਾਡੇ ਨਾਲ ਖੇਤੀ ਨਾਲ ਸੰਬੰਧਿਤ ਦਿਲੋਂ ਗੱਲਾਂ ਕਰਨੀਆਂ। ਮੈਂ ਲਿਖ ਕੇ ਨਹੀਂ ਬੋਲਦਾ ਹੁੰਦਾ, ਕਿਉਂਕਿ ਲਿਖ ਕੇ ਬੋਲੇ ਦਾ ਮਤਲਬ ਹੈ ਕਿਸੇ ਨਾ ਕਿਸੇ ਅਫਸਰ ਨੇ ਲਿਖ ਕੇ ਦਿੱਤਾ ਹੈ, ਕਿਸੇ ਨਾ ਕਿਸੇ ਬੰਦੇ ਨੇ ਲਿਖ ਕੇ ਦਿੱਤਾ ਹੈ ਕਿ ਬੁਲਵਾ ਲਈਏ ਇਹ ਤੋਂ, ਹੈ ਆਹਾ ਹਾਲਾਤ ਹੋਰ ਹੁੰਦੇ ਨੇ। ਸ਼ੁਰੂਆਤ ਮੈਂ ਇੱਥੋਂ ਕਰੂੰਗਾ। ਡਾਇਰੈਕਟਰ ਸਾਹਿਬ ਬੋਲ ਰਹੇ ਸੀ ਕਿ ਅਸੀਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਇੱਥੇ ਬੈਠੇ ਹਾਂ, ਕੋਈ ਵੀ ਤੁਹਾਨੂੰ ਸਮੱਸਿਆ ਇੱਥੇ ਆਓ। ਡਾਇਰੈਕਟਰ ਸਾਹਿਬ, ਇਸ ਗੱਲ ਨੂੰ ਉਲਟਾ ਸੋਚੋ, ਤੁਸੀਂ ਉਹਨਾਂ ਦੇ ਆਉਣ ਦੀ ਉਡੀਕ ਨਾ ਕਰੋ, ਤੁਸੀਂ ਖੇਤਾਂ 'ਚ ਜਾਓ। ਸਾਡੇ ਖੇਤ ਸੁੰਡੀ ਲੱਗ ਗਈ। ਮੈਂ ਲੁਧਿਆਣੇ ਆਉਂਦਾ ਜਦੋਂ ਤੱਕ ਸੁੰਡੀ ਲੈ ਕੇ ਆਊਂ ਇੱਥੇ, ਫਿਰ ਇੱਥੋਂ ਹੱਲ ਲੱਭਿਆ ਜਾਊਗਾ, ਉਦੋਂ ਤੱਕ ਮੇਰਾ ਕੰਮ ਤਾਂ ਨਿਬੜ ਜੂ।
ਆਹੀ ਇੱਕ ਕਮੀ ਹੈ, ਤਾਲਮੇਲ ਦੀ ਕਮੀ ਹੈ। ਇਹ ਆਉਂਦੇ ਨੇ, ਆ ਲੱਖਾਂ ਬੈਠੇ ਨੇ, ਆਏ ਨੇ ਪ੍ਰਦਰਸ਼ਨੀਆਂ ਦੇਖਣਗੇ। ਯੂਨੀਵਰਸਿਟੀ ਨੂੰ ਖੇਤਾਂ 'ਚ ਜਾਣਾ ਪਊਗਾ, ਯੂਨੀਵਰਸਿਟੀ ਨੂੰ ਸਮੱਸਿਆਵਾਂ ਦੇ ਕੋਲੇ ਯੂਨੀਵਰਸਿਟੀ ਨੂੰ ਪਹੁੰਚਣਾ ਪਊਗਾ, ਕਿਉਂਕਿ ਧਰਤੀ ਸਾਡੀ ਬਹੁਤ ਜਰਖੇਜ਼ ਹੈ, ਉਪਜਾਊ ਹੈ, ਜੋ ਮਰਜ਼ੀ ਬੀਜ ਦੋ ਉਗ ਜੂਗਾ। ਕੌਮ ਸਾਡੀ ਬਹੁਤ ਮਿਹਨਤੀ ਹੈ, 20-20 ਘੰਟੇ ਕੰਮ ਕਰ ਲੈਂਦੇ ਆ ਸੱਪਾਂ ਦੀਆਂ ਸਿਰੀਆਂ ਮੱਧ ਕੇ। ਸਭ ਕੁਝ ਪਰਿਵਾਰ ਸਾਰਾ ਸਾਡਾ ਖੇਤੀ 'ਚ ਲੱਗ ਜਾਂਦਾ ਹੈ। ਛੋਟੇ ਛੋਟੇ ਬੱਚੇ ਵੀ ਆਪਦਾ ਜਿੰਨਾ ਜਿਹੜਾ ਕੰਮ ਉਹਨਾਂ ਦਾ ਹੁੰਦਾ ਉਹ ਕਰ ਲੈਂਦੇ ਨੇ, ਬਜ਼ੁਰਗਾਂ ਤੱਕ। ਕਮੀਆਂ ਤਾਂ ਇਹੀ ਹੈ ਕਿ ਜੇ ਕੋਈ ਬਿਮਾਰੀ ਲੱਗ ਗਈ ਫਸਲ ਨੂੰ, ਜੇ ਕੋਈ ਕੀੜਾ ਲੱਗ ਗਿਆ, ਉਹਦਾ ਕਰੀਏ ਕੀ, ਕਿਹਨੂੰ ਦਿਖਾਈਏ, ਕਿਹੜੀ ਸਪਰੇਅ ਕਰਨੀ ਹੈ। ਮੈਂ ਖੇਤੀਬਾੜੀ ਵਿਭਾਗ ਦੀਆਂ ਬਹੁਤ ਮੀਟਿੰਗਾਂ ਬੁਲਾਉਣਾ, ਕਿਉਂਕਿ ਮੈਂ ਖੁਦ ਪਿੰਡ ਰਿਹਾ, ਅਜੇ ਵੀ ਪਿੰਡ ਨਾਲ ਜੜ੍ਹਾਂ ਨਾਲ ਜੁੜੇ ਹੋਏ ਹਾਂ। ਹੁਣ ਆ ਮੇਰੇ ਮੂਹਰੇ ਬੈਠੇ ਨੇ, ਸਾਰੇ ਪੰਜਾਬ ਤੋਂ ਨੇ, ਮਾਝਾ ਮਾਲਵਾ ਤੋਂ, ਆਪਾਂ ਸਾਰਾ ਬੈਠਾ ਹੈ। ਕੋਈ ਸੁੰਡੀ ਲੱਗ ਜੇ ਨਰਮੇ ਨੂੰ, ਕਣਕ ਨੂੰ, ਝੋਨੇ ਨੂੰ ਕੋਈ ਬਿਮਾਰੀ ਪੈ ਜੇ, ਕੋਈ ਕੋਆਪਰੇਟਿਵ ਸੁਸਾਇਟੀ ਵੱਲੋਂ ਜਾਂ ਕੋਈ ਖੇਤੀਬਾੜੀ ਵਿਭਾਗ ਵੱਲੋਂ ਆਪਾਂ ਨੂੰ ਦੱਸਣ ਆਉਂਦਾ ਹੈ ਕਿ ਆਹ ਸਪਰੇਅ ਕਰਨੀ ਹੈ, ਆਪਾਂ ਫਿਰ ਕਿਵੇਂ ਕਰਦੇ ਹਾਂ ਉਹ ਵੀ ਮੈਨੂੰ ਪਤਾ ਹੈ। ਆਪਾਂ ਇੱਕ ਦੂਜੇ ਨੂੰ ਪੁੱਛ ਕੇ ਵੀ ਗਰਮੇਲ ਯਾਰ ਪੀਲੇ ਜਿਹੇ ਖੰਭਾਂ ਵਾਲੀ ਸੁੰਡੀ ਲੱਗ ਗਈ, ਪੱਤੇ ਖਾਈ ਜਾਂਦੀ ਹੈ, ਤੂੰ ਕੱਲ ਸਪਰੇਅ ਕਰੀ ਜਾਂਦਾ ਸੀ, ਕਿਹੜੀ ਆ ਓਏ? ਗਰਮੇਲ ਕਹਿੰਦਾ ਪਤਾ ਨਹੀਂ ਕਿਹੜੀ ਹੈ, ਲਾਲ ਜਿਹੇ ਢੱਕਣ ਵਾਲੀ ਹੈ, ਚੱਕ ਦੋ ਸਾਰਾ ਪਿੰਡ ਲਾਲ ਜਿਹੇ ਢੱਕਣ ਵਾਲੀ। ਸੋ ਤੁਸੀਂ ਸਾਇੰਸਦਾਨ ਬੈਠੇ ਹੋ, ਮੈਂ ਬਤੌਰ ਮੁੱਖ ਮੰਤਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸਾਨੂੰ ਲਾਲ ਜਿਹੇ ਢੱਕਣ ਵਾਲੀਆਂ ਤੋਂ ਬਚਾ ਦਿਓ। ਤੁਸੀਂ ਆਪਣੇ ਢੱਕਣਾਂ ਦੇ ਰੰਗ ਬਦਲੋ ਜੀ, ਦੱਸੋ ਸਾਨੂੰ ਕਿਹੜੀ ਕਰਨੀ ਹੈ, ਕਿਉਂਕਿ ਪਤਾ ਹੀ ਨਹੀਂ ਕਿ ਉਹ ਲਾਲ ਜਿਹੇ ਢੱਕਣ ਵਾਲੀ ਪੀਲੇ ਜਿਹੇ ਖੰਭਾਂ ਵਾਲੀ ਜਿਹੜੀ ਸੁੰਡੀ ਆ ਉਹਦੇ ਵਾਸਤੇ ਹੈਗੀ ਹੈ ਕੰਮ ਦੀ ਜਾਂ ਨਾ। ਇੱਥੋਂ ਸ਼ੁਰੂ ਹੁੰਦਾ ਹੈ। ਸੋ ਇਸ ਕਰਕੇ ਪੂਰੀ ਦੁਨੀਆ ਘੁੰਮੀ ਹੈ ਮੈਂ, ਐਦੂ ਉਪਜਾਊ ਧਰਤੀ ਨਹੀਂ ਕਿਤੇ ਹੈਗੀ। 150 ਮਣ ਦਾਣੇ ਪੈਦਾ ਕਰ ਦਿੰਦੀ ਅੱਜ ਦੀ ਡੇਟ 'ਚ ਸਾਡੀ ਧਰਤੀ। 90 ਮਣ ਝੋਨਾ, 60 ਮਣ ਕਣਕ, ਜੇ ਇਕੱਲਾ ਝੋਨਾ ਤੇ ਕਣਕ ਹੀ ਲਾਈਏ। ਪੂਰੀ ਦੁਨੀਆ ਦੀ ਕੋਈ ਧਰਤੀ 150 ਮਣ ਦਾਣੇ ਪੈਦਾ ਨਹੀਂ ਕਰਦੀ। ਆ ਜਿਹੜੇ ਅਮਰੀਕਾ ਕੈਨੇਡਾ 40-40 ਲੱਖ ਰੁਪਈਆ ਕਰਜ਼ਾ ਲੈ ਕੇ, ਮਾਂ ਦੀਆਂ ਬਾਲੀਆਂ ਵੇਚ ਕੇ, ਜ਼ਮੀਨਾਂ ਵੇਚ ਕੇ ਅਸੀਂ ਜਾਣ ਨੂੰ ਫਿਰਦੇ ਹਾਂ ਵੀ ਕਿਵੇਂ ਨਾ ਕਿਵੇਂ ਜਹਾਜ਼ ਦੀ ਚਾਹੇ ਤਾਕੀ ਨੂੰ ਹੱਥ ਪੈ ਜੇ, ਬਸ ਅਸੀਂ ਜਾਵਾਂਗੇ ਉੱਧਰ। ਉੱਥੇ 6 ਮਹੀਨੇ ਬਰਫੀ ਪਈ ਰਹਿੰਦੀ ਹੈ, ਉੱਥੇ ਬਰਾਨੀ ਜੀ ਫਸਲ ਹੁੰਦੀ ਹੈ, ਵੱਧ ਤੋਂ ਵੱਧ 40-50 ਮਣਾ ਕਰਦੇ ਨੇ ਉਹ ਤਜਰਬੇ ਜੇ ਕਰਕੇ। ਪਰ ਮੇਰੀ ਵਿੱਦਿਆ ਮੇਰੀ ਸਮਝ ਤੋਂ ਬਾਹਰ ਹੈ। 50 ਮਣ ਵਾਲੇ ਮੌਜਾਂ ਕਰੀ ਜਾਂਦੇ ਆ, 150 ਮਣ ਵਾਲੇ ਭੁੱਖੇ ਮਰੀ ਜਾਂਦੇ ਆ। ਇਹਦਾ ਜਿਹੜਾ ਹੱਲ ਹੈ ਉਹ ਸਾਨੂੰ ਲੱਭਣਾ ਪਊਗਾ। ਉਹ ਹੱਲ ਲੱਭਣ ਵਾਸਤੇ ਸਾਨੂੰ ਏਸੀ ਕਮਰਿਆਂ 'ਚੋਂ ਨਿਕਲ ਕੇ ਖੇਤਾਂ 'ਚ ਜਾਣਾ ਪਊਗਾ, ਜਿੱਥੇ ਸਮੱਸਿਆ ਉੱਥੇ ਜਾਣਾ ਪਊਗਾ। ਸਮੱਸਿਆ ਦੇਖੋ, ਕਹਿੰਦੇ ਆ ਜਿਹੜੀ ਕਿਸਮਤ ਹੈ ਉਹ ਕੁੰਡਾ ਤਾਂ ਹਰੇਕ ਦਾ ਖੜਕਾ ਦਿੰਦੀ ਹੈ, ਪਰ ਬਹੁਤਿਆਂ ਤੋਂ ਉਸ ਦਿਨ ਕੁੰਡਾ ਖੋਲ੍ਹਿਆ ਨਹੀਂ ਜਾਂਦਾ। ਜਦੋਂ ਲੰਘ ਜਾਂਦੀ ਹੈ ਫਿਰ ਉੱਥੋਂ ਮੁੜ ਕੇ ਉਹ ਬੰਦਾ ਕਿਸਮਤ ਦੇ ਮਗਰ ਭੱਜਦਾ ਰਹਿੰਦਾ ਹੈ ਵੀ ਸ਼ਾਇਦ ਮੇਰੀ ਕਿਸਮਤ ਠੀਕ ਹੋ ਜੇ। ਸੋ ਸਾਨੂੰ ਸਮੱਸਿਆਵਾਂ ਤੇ ਹੱਲ ਦੇ ਵਿਚਾਲੇ ਜਿਹੜਾ ਗੈਪ ਹੈ, ਜਿਹੜਾ ਫਰਕ ਹੈ, ਉਹ ਘਟਾਉਣਾ ਪਊਗਾ, ਬੰਦ ਕਰਨਾ ਪਊਗਾ। ਬਲਕਿ ਮੈਂ ਦੇਖੇ ਨੇ ਬਹੁਤ ਨਵੇਂ ਬੀਜ ਨੇ, ਬਹੁਤ ਨਵੇਂ ਫੁੱਲਾਂ ਦੇ ਵੈਰਾਈਟੀਆਂ ਦੇਖੀਆਂ, ਬਹੁਤ ਨਵੇਂ ਕਣਕ ਦੇ, ਝੋਨੇ ਦੇ, ਸੂਰਜਮੁਖੀ ਦੇ ਬੀਜ ਦੇਖੇ ਨੇ। ਮੈਂ ਮੂੰਗੀ ਦੀ, ਸਰੋਂ ਦੀਆਂ ਕਿਸਮਾਂ ਨਵੀਆਂ ਦੇਖੀਆਂ। ਪਰ ਇਹਨੂੰ ਆਪਾਂ ਅਮਲ 'ਚ ਲੈ ਕੇ ਆਈਏ। ਜਿਸ ਤਰ੍ਹਾਂ ਧਾਲੀਵਾਲ ਸਾਹਿਬ ਕਹਿੰਦੇ ਸੀ ਕਿ ਆਪਾਂ ਬੀਜ ਇੱਧਰੋਂ ਉੱਧਰੋਂ ਲੈ ਲੈਂਦੇ ਹਾਂ। ਹੁਣ ਮੈਂ ਖੇਤੀ ਦੇ ਮਾਹਰਾਂ ਨਾਲ ਗੱਲ ਕੀਤੀ ਹੈ। ਇੱਕ ਦਿੱਕਤ ਹੋਰ ਹੈ ਜੀ, ਹੁਣ ਉਹ ਬੀਜ ਜਿਹੜਾ ਚਿੱਟੀ ਸੁੰਡੀ ਵਾਲਾ, ਗੁਲਾਬੀ ਸੁੰਡੀ ਵਾਲਾ ਵਿੱਚ ਹੀ ਰਹਿ ਜਾਂਦਾ ਹੈ। ਜੇ ਅੱਜ ਆਪਾਂ ਸਾਰੇ ਪੰਜਾਬ ਦੀ ਧਰਤੀ ਨੂੰ ਤੀਹਰ ਚੌਹਰ ਕਰਕੇ ਵੀ ਬਾਹ ਦੀਏ, ਆਖਰੀ ਗਲੀ 'ਚ ਪਾ ਕੇ ਤਵੀਆਂ ਪੂਰਾ ਪਲਟ ਦੀਏ,
ਤਾਂ ਵੀ ਖੇਤੀਬਾੜੀ ਯੂਨੀਵਰਸਿਟੀ ਤੋਂ ਬੀਜ ਲੈ ਲਓ, 25-30% ਪਹਿਲਾਂ ਵਾਲਾ ਹੀ ਉੱਗੂਗਾ ਵਿੱਚ, ਕਿਉਂਕਿ ਉਹ ਧਰਤੀ ਦੇ ਵਿੱਚ ਆ ਗਿਆ, ਸੋਇਲ ਦੇ ਵਿੱਚ ਆ ਗਿਆ। ਇਹ ਸਾਨੂੰ ਸਫਾਈ ਕਰਨੀ ਤਾਂ ਕਿ ਉਹੀ ਉੱਗੇ ਜੋ ਬੀਜਦੇ ਆ। ਜਿਹੜਾ ਨਹੀਂ ਚਾਹੁੰਦੇ ਉਹ ਉੱਗ ਪੈਂਦਾ। ਇੱਕ ਸਾਡਾ ਕਿਸਾਨ ਜਿਹੜਾ ਪੀਸੀ ਸਾਹਿਬ, ਉਹ ਆਪ ਤਜਰਬਾ ਨਹੀਂ ਕਰਨਾ ਚਾਹੁੰਦਾ, ਉਹ ਆਪ ਰਿਸਕ ਨਹੀਂ ਲੈਣਾ ਚਾਹੁੰਦਾ। ਇਸ ਕੰਮ ਵਾਸਤੇ ਯੂਨੀਵਰਸਿਟੀ ਕੋਲੇ ਬਹੁਤ ਸਾਰੀ ਜ਼ਮੀਨ ਹੈ। ਪਹਿਲਾਂ ਆਪਣੀ ਕਾਮਯਾਬੀ, ਜ਼ਮੀਨ ਦੀ, ਯੂਨੀਵਰਸਿਟੀ ਦੀ ਕਾਮਯਾਬੀ ਕਿਸਾਨਾਂ ਨੂੰ ਦਿਖਾਈ ਜਾਵੇ। ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਆਪਣੇ ਆਪ ਯੂਨੀਵਰਸਿਟੀ ਦੀ ਗੱਲ ਵੀ ਮੰਨਣਗੇ, ਵਿਸ਼ਵਾਸ ਵੀ ਬਣੂਗਾ ਕਿ ਹਾਂ ਇਹ ਪਹਿਲਾਂ ਹੋਈ ਹੈ। ਨਹੀਂ ਤਾਂ ਅਗਲਾ ਕਹਿੰਦਾ ਵੀ ਮੈਂ ਕਿਉਂ ਕਰਾਂ, ਕੋਈ ਹੋਰ ਕਰੇ, ਮੈਂ ਕਿਉਂ ਇਹ ਤਜਰਬਾ ਕਰਾਂ। ਜਿਨ੍ਹਾਂ ਨੇ ਤਜਰਬੇ ਕੀਤੇ ਕਾਮਯਾਬ ਵੀ ਹੋਏ ਨੇ। ਪਰ MSP ਦੀ ਦਿੱਕਤ ਹੈ, ਉਹਨੂੰ ਅਸੀਂ ਹੱਲ ਕਰਨ ਲੱਗੇ ਹੋਏ ਹਾਂ। ਝੋਨਾ ਜਿਹੜਾ FCI ਦਾ, ਮੈਂ ਸਟੈਂਡਿੰਗ ਕਮੇਟੀ ਦਾ ਮੈਂਬਰ ਰਿਹਾ ਜਦੋਂ MP ਸੀ। FCI ਹੱਥ ਖੜੇ ਕਰੀ ਖੜੀ ਹੈ, ਕਹਿੰਦੇ ਸਾਡੇ ਕੋਲੇ 5 ਸਾਲ ਦਾ ਝੋਨਾ ਪਿਆ, ਆਉਣ ਵਾਲੇ 5 ਸਾਲ ਦਾ ਸਾਡਾ ਖਹਿੜਾ ਛੜਾ ਦਿਓ। ਜਿਸ ਵੇਲੇ ਲੋੜ ਸੀ, ਗ੍ਰੀਨ ਰੈਵੋਲੂਸ਼ਨ ਵੇਲੇ ਲੋੜ ਸੀ, ਉਸ ਵੇਲੇ ਤਾਂ ਆਪਾਂ ਤੋਂ ਝੋਨਾ ਲੈ ਲਿਆ, ਕਣਕ ਲੈ ਲਈ। ਪਰ ਹੁਣ ਉੜੀਸਾ, ਛੱਤੀਸਗੜ੍ਹ, ਤੇਲੰਗਾਨਾ, ਬਿਹਾਰ, ਇਹਨਾਂ ਦੀਆਂ ਜ਼ਮੀਨਾਂ ਚੱਲ ਪਈਆਂ, ਲੋੜ ਉਧਰੋਂ ਪੂਰੀ ਹੋਣ ਲੱਗ ਗਈ। ਹੁਣ ਮੌਲੇ ਵਲਦ ਵਾਂਗੂ ਆਪਾਂ ਨੂੰ ਕਹਿੰਦੇ ਨੇ ਛੱਡੋ, ਅਸੀਂ ਨਹੀਂ ਲੈਂਦੇ ਝੋਨਾ, ਥੋੜਾ ਕੰਮ ਲੈ ਕੇ ਛੱਡਣ ਦੀ ਤਿਆਰੀ ਹੈ। ਜਦ ਕਿ ਝੋਨਾ ਜਿਹੜਾ ਉਹ ਅਸੀਂ ਸੈਂਟਰ ਪੂਲ ਦੇ ਵਿੱਚ ਸਭ ਤੋਂ ਵੱਧ ਦਿੰਦੇ ਹਾਂ। ਸਭ ਤੋਂ ਵੱਧ ਝੋਨਾ ਪੰਜਾਬ ਦਿੰਦਾ ਸੈਂਟਰ ਪੂਲ 'ਚ, ਜਦ ਕਿ ਚੌਲ ਸਾਡੀ ਖੁਰਾਕ ਹੈ ਨਹੀਂ। ਆਪਾਂ 10ਵੀਂ ਵਾਲੇ ਦਿਨ ਖੀਰ ਬਣਾਉਣੇ ਆ ਬਸ। ਵੈਸੇ ਤਾਂ ਰੋਟੀ ਖਾਂਦੇ ਆਪਾਂ, ਆਪਣੇ ਦਾਲ ਰੋਟੀ ਵਾਲੇ ਆਪਾਂ। ਪਾਣੀ 1 ਕਿਲੋ ਚੌਲ ਪੈਦਾ ਕਰਨ ਵਾਸਤੇ 3800 3900 ਲੀਟਰ, 4000 ਲੀਟਰ ਦੇ ਲਗਭਗ ਪਾਣੀ ਖਰਚ ਦਿੰਦੇ ਆ। ਮੇਰੀ ਗੱਲ ਧਿਆਨ ਨਾਲ ਸੁਣ ਲਿਓ, ਮੀਡੀਆ ਵਾਲੇ ਵੀ ਖੜੇ ਨੇ ਵੀਰੋ। ਆਪਾਂ ਆਪਣੇ ਦੇਸ਼ ਨੂੰ ਚੌਲ ਨਹੀਂ ਦੇ ਰਹੇ, ਆਪਾਂ ਆਪਣੇ ਦੇਸ਼ ਨੂੰ ਪਾਣੀ ਦੇਤਾ। ਜੇ ਆਪਾਂ ਕਿਤੇ ਕਿਸੇ ਪਾਣੀ ਪੀਣ ਵਾਲੀ ਆ ਜਿਹੜੀਆਂ ਕੰਪਨੀਆਂ ਨੇ, ਬਿਸਲਰੀ ਹੋਈ, ਇਹਨਾਂ ਨਾਲ ਗੱਲ ਕੀਤੀ ਹੁੰਦੀ, ਆਪਣਾ ਤਾਂ ਜਿੰਨਾ ਪਾਣੀ ਨਿਕਲਦਾ ਸੀ ਠੰਡਾ ਤੇ ਮਿੱਠਾ ਨਿਕਲਦਾ ਸੀ, ਉਹ ਪਹਿਲੀ ਪੱਤਣ ਦਾ ਸੀ। ਐਂ ਭਰ ਲੈਂਦੇ ਚਾਹੇ, ਆਪਾਂ ਓਕ ਲਾ ਕੇ ਪੀਂਦੇ ਰਹੇ ਹਾਂ। ਤੇ ਅੱਜ ਉਹ ਪਾਣੀ ਆਪਣਾ ਤੀਜੀ ਲੇਅਰ ਤੇ ਚਲਾ ਗਿਆ। ਮੈਨੂੰ ਇੱਕ ਸਾਇੰਟਿਸਟ ਨੇ ਦੱਸਿਆ ਕਿ ਜਿੰਨੀ ਹਾਰਸ ਪਾਵਰ ਦੀ ਮੋਟਰ, ਜਿੰਨੇ ਹਾਰਸ ਪਾਵਰ ਦੀ ਮੋਟਰ ਨਾਲ ਆਪਾਂ ਥੱਲੋਂ ਪਾਣੀ ਲੈਂਦੇ ਆ ਝੋਨੇ ਵਾਸਤੇ, ਜਿੰਨੇ ਹਾਰਸ ਪਾਵਰ ਦੀ ਮੋਟਰ ਨਾਲ ਆਪਾਂ ਝੋਨੇ ਵਾਸਤੇ ਥੱਲੋਂ ਪਾਣੀ ਕੱਢਦੇ ਆ, ਉਨੇ ਹੀ ਹਾਰਸ ਪਾਵਰ ਦੀ ਮੋਟਰ ਨਾਲ ਖਾੜੀ ਮੁਲਕਾਂ ਵਾਲੇ ਤੇਲ ਕੱਢਦੇ ਆ। ਆਪਾਂ ਤੇਲ ਵਾਲੀ ਲੇਅਰ ਤੇ ਜਾ ਵੜੇ ਥੱਲੇ। ਇਸ ਤੋਂ ਅੱਗੇ ਤਾਂ ਹੁਣ ਲੇਅਰ ਵੀ ਖਤਮ ਹੋ ਸਕਦੀ ਹੈ। ਨਾਸਾ ਵਾਲਿਆਂ ਦੀਆਂ ਰੋਜ਼ ਸਾਡੇ ਕੋਲੇ ਰਿਪੋਰਟਾਂ ਆਉਂਦੀਆਂ ਨੇ। ਪਰ ਇਹਦੇ ਵਿੱਚ ਮੈਂ ਕਹਿਣਾ ਕਿਸਾਨ ਦਾ ਕਸੂਰ ਨਹੀਂ। MSP ਦੇ ਦਿਓ ਕਿਸੇ ਹੋਰ ਫਸਲ ਤੇ, ਅਸੀਂ ਸੂਰਜਮੁਖੀ ਬੀਜ ਲਾਂਗੇ, ਬਾਜਰਾ ਬੀਜ ਲਾਂਗੇ, ਅਸੀਂ ਸਬਜ਼ੀਆਂ ਲਾ ਲਾਂਗੇ। $120 ਬਿਲੀਅਨ ਦੀ $120 ਬਿਲੀਅਨ ਦੀਆਂ ਦਾਲਾਂ ਕੋਲੰਬੀਆ ਤੇ ਮੋਜ਼ੰਬੀਕ ਤੋਂ ਭਾਰਤ ਮੰਗਾਉਂਦਾ ਹੈ। ਮੈਂ ਇਹ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਕਿਹਾ ਸੀ, ਮੈਂ ਕਿਹਾ ਸਾਡੀ ਡਿਊਟੀ ਲਾਓ, ਅਸੀਂ ਦਾਲਾਂ ਨਾਲ ਤੁਹਾਡੇ ਭੰਡਾਰ ਭਰ ਦਾਂਗੇ, ਉਧਰ ਨੂੰ ਭੇਜਣ ਲਾ ਦਾਂਗੇ, ਪਰ ਸਾਡੀਆਂ ਦਾਲਾਂ ਖਰੀਦੋ ਤਾਂ ਸਹੀ ਨਾ, ਸਾਡੇ ਕੋਲੋਂ ਖਰੀਦੋ ਤਾਂ ਸਹੀ ਨਾ। ਅਸੀਂ ਤਾਂ ਫਿਰ ਵੇਚਾਂਗੇ ਕਿੱਥੇ? ਉਗਾ ਤਾਂ ਬਹੁਤ ਵਧੀਆ ਲਵਾਂਗੇ, ਵੇਚਾਂਗੇ ਕਿੱਥੇ? ਮਾਰਕੀਟਿੰਗ। MSP ਹੁਣ ਝੋਨੇ ਦੀ ਮਿਲਦੀ ਹੈ ਤਾਂ ਵੇਚਦੇ ਆ। ਜੇ ਕੋਈ ਬਦਲ ਮਿਲ ਗਿਆ ਇੱਕਦਮ ਆਪਾਂ ਛੱਡ ਦਾਂਗੇ। ਕਿਸਾਨ ਵੀ ਚਾਹੁੰਦਾ ਕਿ ਮੇਰਾ ਖਹਿੜਾ ਛੁੱਟੇ, ਪਰ MSP, ਮੈਂ ਖੇਤੀਬਾੜੀ ਦਾ ਜਿਹੜਾ ਵਿਭਾਗ ਹੈ ਸੈਂਟਰ ਦਾ,
ਨੀਤੀ ਆਯੋਗ ਹੈ, ਮੈਂ ਉਹਨਾਂ ਸਾਰਿਆਂ ਨੂੰ ਲਿਖ ਕੇ ਦਿੱਤਾ ਹੈ। ਸਿੱਧੀ ਜੀ ਗੱਲ ਹੈ, ਸਾਥੋਂ ਮੱਕੀ ਬਜਾ ਲਓ। ਜੇ 5 ਕਿੱਲੇ ਮੱਕੀ ਬੀਜ ਲਈ, 5 ਕਿੱਲੇ ਝੋਨਾ ਲਾ ਲਿਆ, 10 ਕਿੱਲੇ ਨੇ ਕਿਸੇ ਜ਼ਿਮੀਦਾਰ ਕੋਲੇ, ਜਿੰਨੇ ਉਹਨੂੰ ਝੋਨੇ ਚੋਂ ਬਚੇ ਨੇ ਉਹਨੇ ਉਹਨੂੰ ਮੱਕੀ ਚੋਂ ਬਚਣੇ ਚਾਹੀਦੇ ਨਹੀਂ। ਅਗਲੇ ਸਾਲ ਫਿਰ ਝੋਨਾ ਲਾਊ ਵੀ ਮੈਂ ਠੇਕਾ ਲਿਆ ਤਜਰਬੇ ਕਰਨ ਦਾ, ਮੈਂ ਤਾਂ ਝੋਨਾ ਲਾਊ। ਸਹੀ ਗੱਲ ਹੈ ਨਾ। ਜੇ ਤੁਹਾਨੂੰ ਉਨੇ ਹੀ ਪੈਸੇ ਬਚਣ, ਭਾਵੇਂ ਕੰਪਨਸੇਸ਼ਨ ਦੇਵੇ ਗਵਰਨਮੈਂਟ, ਜਿਵੇਂ ਮਰਜ਼ੀ ਹੋਵੇ, ਖਰਚਾ ਘਟਾਵੇ ਜਿਵੇਂ ਮਰਜ਼ੀ, ਉਨੇ ਹੀ ਪੈਸੇ ਬਚਣ ਜਿੰਨੇ ਝੋਨੇ ਚੋਂ ਬਚਦੇ ਨੇ, ਤੁਸੀਂ ਹੱਸ ਕੇ ਮੱਕੀ ਅਗਲੇ ਸਾਲ 5 ਤੋਂ 7 ਕਿੱਲੇ ਕਰ ਦੋਗੇ। ਕਿਉਂਕਿ ਪਹਿਲਾਂ ਆਪਾਂ ਇਹ ਕਰਦੇ ਰਹੇ ਹਾਂ। ਨੌਜਵਾਨ ਮੁੰਡੇ ਅੱਜ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ, ਨੌਜਵਾਨ ਮੁੰਡੇ ਇੱਥੇ ਆਏ ਹੋਏ ਨੇ। ਮੈਂ ਨੌਜਵਾਨ ਮੁੰਡਿਆਂ ਨੂੰ ਖਾਸ ਤੌਰ ਤੇ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ। ਖੇਤੀ ਪਹਿਲੇ ਨੰਬਰ ਤੇ, ਵਪਾਰ ਦੂਜੇ ਨੰਬਰ ਤੇ, ਨੌਕਰੀ ਤੀਜੇ ਨੰਬਰ ਤੇ। ਅੱਜ ਇਹਦਾ ਉਲਟਾ ਕਰ ਲਓ, ਅਸੀਂ ਨੌਕਰੀ ਲੈਣ ਵਾਸਤੇ ਜ਼ਮੀਨ ਵੇਚਣ ਤਿਆਰ ਹਾਂ। ਨੌਕਰੀ ਪਹਿਲੇ ਨੰਬਰ ਤੇ ਆ ਗਈ, ਖੇਤੀ ਤੀਜੇ ਨੰਬਰ ਤੇ ਚਲੀ ਗਈ। ਖੇਤੀ ਮਜਬੂਰੀ ਦਾ ਧੰਦਾ ਕਿਉਂ ਬਣੇ ਵੀ ਚਲੋ ਜੇ ਕੋਈ ਹੋਰ ਨਹੀਂ ਕੁਝ ਹੁੰਦਾ ਤਾਂ ਖੇਤੀ ਕਰ ਲੈਂਦੇ। ਖੇਤੀ ਲਾਹੇਵੰਦ ਧੰਦਾ ਬਣੇ ਤਾਂ MSc ਕਰਕੇ ਆ ਕੁਝ ਜਿਹੜੇ ਸਨਮਾਨਿਤ ਕੀਤੇ ਨੇ ਅਗਾਂਹ ਵਧੂ ਕਿਸਾਨ, ਇਹਨਾਂ ਤੋਂ ਵੀ ਸਿੱਖਿਆ ਲਈਏ, ਫੈਲੇ ਵਿੱਦਿਆ ਚਾਨਣ ਹੋਏ। ਸਾਨੂੰ ਦੱਸੋ ਕਿ ਤੁਸੀਂ ਕਿਵੇਂ 4-4 ਕਿੱਲਿਆਂ ਚੋਂ ਐਡੀ ਵਧੀਆ ਕਬੀਲਦਾਰੀ ਚਲਾਈ ਜਾਂਦੇ ਹੋ, ਤੇ ਅਸੀਂ ਠੇਕੇ ਤੇ ਲੈ ਕੇ 40-40 ਕਿੱਲੇ ਵੀ ਅਸੀਂ ਕਰਜ਼ੇ ਥੱਲੇ ਆ ਗਏ। ਸੋ ਜੇ ਵਧੀਆ ਤਕਨੀਕਾਂ ਹੋਣ ਤਾਂ ਨੌਜਵਾਨ ਮੁੰਡੇ ਜਿਹੜੇ ਨੇ ਉਹ ਖੇਤੀ ਨੂੰ ਧੰਦਾ ਬਣਾ ਸਕਦੇ ਨੇ। ਵੀਅਤਨਾਮ ਇੱਕ ਕੰਟਰੀ ਹੈ, ਕੁਝ ਨਹੀਂ ਹੁੰਦਾ ਸੀ ਉੱਥੇ, ਸਭ ਕੁਝ ਇੰਪੋਰਟ ਕਰਦੇ ਸੀ, ਸਭ ਕੁਝ ਬਾਹਰੋਂ ਮੰਗਾਉਂਦੇ ਸੀ। ਉਸ ਤੋਂ ਬਾਅਦ ਐਸਾ ਪਾਸਾ ਪਲਟਿਆ, ਅੱਜ ਵੀਅਤਨਾਮ ਜਿਹੜਾ ਹੈ ਉਹ ਸਭ ਕੁਝ ਐਕਸਪੋਰਟ ਕਰਦਾ ਹੈ, ਕਿਉਂਕਿ ਉਹਨਾਂ ਨੇ ਨਵੀਆਂ ਤਕਨੀਕਾਂ ਅਪਣਾ ਲਈਆਂ, ਉਹਨਾਂ ਨੇ ਨਵੀਂ ਟੈਕਨੋਲੋਜੀ ਅਪਣਾ ਲਈ। ਖੇਤੀ ਹੁਣ ਬੀਜ ਕੇ ਵੱਟਾਂ ਪਾ ਕੇ ਜਿੰਦਰੇ ਨਾਲ, ਉਸ ਤੋਂ ਬਾਅਦ ਪਾਣੀ ਲਾਉਣ ਤੱਕ ਸੀਮਤ ਨਹੀਂ ਰਹੀ। ਖੇਤੀ ਦੇ ਕੱਲੇ ਬੂਟੇ ਨਾਲ ਵੀ ਕੰਪਿਊਟਰ ਜੋੜਨਾ ਪਊਗਾ। ਯੂਨੀਵਰਸਿਟੀ ਇਹ ਕੋਸ਼ਿਸ਼ਾਂ ਕਰ ਰਹੀ ਹੈ। ਮੈਨੂੰ ਅੱਜ ਦੇਖ ਕੇ ਚੰਗਾ ਲੱਗਿਆ ਕਿ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਸ਼ੁਰੂ ਕੀਤੀਆਂ ਗਈਆਂ ਨੇ, ਪਰ ਜਦੋਂ ਦੁੱਖ ਉਦੋਂ ਹੁੰਦਾ ਜਦੋਂ ਲੈ ਕੇ ਇੱਥੋਂ ਹੀ ਜਾਂਦੇ ਆ ਬੀਜ, ਬਾਅਦ ਪਤਾ ਨਹੀਂ ਉਹ ਕਿਵੇਂ ਨਿਕਲਿਆ ਹੁੰਦਾ ਹੋਰ। ਕਿਉਂਕਿ ਹਰ ਚਲੋ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ। ਜਿਹੜੇ ਛੇਤੀ ਪੈਸੇ ਕਮਾਉਣਾ ਚਾਹੁੰਦੇ ਹੋਣੇ ਜਾਂ ਵੱਧ ਪੈਸੇ ਕਮਾਉਣਾ ਚਾਹੁੰਦੇ ਹੋਣੇ, ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਹੋਣਾ ਕਿ ਕੋਈ ਗੱਲ ਨਹੀਂ, ਅੱਜ ਤੁਸੀਂ ਨਕਲੀ ਬੀਜ ਵੇਚ ਦੋਗੇ ਅੰਨਦਾਤੇ ਨੂੰ, ਕੱਲ ਨੂੰ ਕਿਤੇ ਨਾ ਕਿਤੇ ਜਾ ਕੇ ਨਕਲੀ ਬੀਜ ਤੁਹਾਡੇ ਘਰੇ ਵੀ ਪਹੁੰਚਣਗੇ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਹੰਬਲਾ ਮਾਰਨਾ ਪਊਗਾ। ਪਹਿਲੀ ਵਾਰ ਹੋਇਆ ਕਿ ਆਪਾਂ ਥੋੜਾ ਸੋਚਣ ਲੱਗੇ ਆ ਕਿ ਪਾਣੀ ਬਚਾਉਣਾ ਹੈ, ਧਰਤੀ ਬਚਾਉਣੀ ਹੈ। 5 ਆਬ 5 ਪਾਣੀ ਆਪਣੇ ਸੂਬੇ ਦਾ ਨਾਮ, ਇਕੱਲੇ ਨਾਮ 'ਚ ਹੀ ਪਾਣੀ ਰਹਿ ਗਿਆ ਹੁਣ। ਨਾ ਧਰਤੀ 'ਚ ਹੈ, ਆ ਨਾਲ ਸਤਲੁਜ ਜਾਂਦਾ ਹੈ ਕਾਲੇ ਰੰਗ ਦਾ। ਇਹੀ ਸਤਲੁਜ ਦਾ ਪਾਣੀ ਲੈ ਕੇ ਗੁਰੂ ਸਾਹਿਬ ਨੇ 13 ਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਅੰਮ੍ਰਿਤ ਬਣਾਇਆ ਸੀ, ਪਵਿੱਤਰ ਅੰਮ੍ਰਿਤ ਬਣਾਇਆ ਸੀ ਐਸੇ ਸਤਲੁਜ ਦਾ ਪਾਣੀ ਲੈ ਕੇ। ਅੱਜ ਉਹ ਪਵਿੱਤਰ ਅੰਮ੍ਰਿਤ ਵਰਗਾ ਪਾਣੀ ਲੁਧਿਆਣੇ ਤੱਕ ਪਹੁੰਚਦੇ ਕਾਲੇ ਰੰਗ ਦਾ ਹੋ ਜਾਂਦਾ ਹੈ। ਅੱਗੇ ਜਾਂਦੇ ਕੈਂਸਰ ਦੀ ਫੈਕਟਰੀ ਬਣ ਜਾਂਦਾ ਹੈ। ਇਹਨੂੰ ਆਪ ਕਵਾਂਗੇ, ਇਹਨੂੰ ਪਾਣੀ ਕਵਾਂਗੇ? ਨਹੀਂ ਹੈ। ਇਸੇ ਤਰ੍ਹਾਂ ਬਿਆਸ ਦਾ ਹਾਲ ਹੈ, ਨਦੀਆਂ ਨਹਿਰਾਂ, ਕੱਸੀਆਂ ਦਾ ਹਾਲ ਹੈ। ਕੱਸੀਆਂ ਤਾਂ ਖਤਮ ਹੀ ਹੋ ਗਈਆਂ। ਪਹਿਲਾਂ ਕੱਸੀਆਂ 'ਚ ਨਹਾਉਂਦੇ ਸੀ, ਕੱਸੀਆਂ 'ਚ ਅਸੀਂ ਪਾਣੀ ਪੀ ਵੀ ਲੈਂਦੇ ਸੀ, ਇੰਨਾ ਵਧੀਆ ਪਾਣੀ ਹੁੰਦਾ ਸੀ। ਹੁਣ ਸਾਡੇ ਪਿੰਡ ਵਿੱਚ ਦੀ ਇੱਕ ਚੋਆ ਲੰਘਦਾ, ਸਰਹੰਦ ਚੋਆ, ਉਹਦੇ 'ਚ ਨਹਾਉਂਦੇ ਰਹੇ ਆ, ਉਹ 'ਚ ਮੱਝਾਂ ਵੀ ਬਿਠਾਉਂਦੇ ਰਹੇ ਆ। ਬਿਲਕੁਲ ਮਤਲਬ ਥੱਲਾ ਦਿਖਦਾ ਹੁੰਦਾ ਸੀਗਾ ਉਹ ਚੋਏ ਦਾ। ਕੱਲਾ ਹੁਣ ਉਹ ਨਹੀਂ, ਜਿੱਥੇ ਮਰਜੀ। ਮੈਨੂੰ ਇੱਕ ਸਾਡੇ ਪਿੰਡ ਦਾ ਬੰਦਾ ਕਹਿੰਦਾ ਹੁਣ ਜੇ ਕਿਸੇ ਨੇ ਨਹਿਰ 'ਚ ਛਾਲ ਮਾਰ ਕੇ ਮਰਨਾ ਹੋਵੇ, ਕਹਿੰਦਾ ਨਹਿਰ 'ਚ ਛਾਲ ਮਾਰਨ ਦੀ ਲੋੜ ਨਹੀਂ। ਮੈਂ ਕੀ ਗੱਲ ਹੋ ਗਿਆ? ਕਹਿੰਦਾ ਕਿਨਾਰੇ ਤੇ ਬਹਿ ਜਾਓ, ਘੰਟੇ ਬਾਅਦ ਕਹਿੰਦਾ ਜਿਹੜੀਆਂ ਰਸਾਇਣਾਂ ਜੀਆਂ ਗੈਸਾਂ ਜੀ ਨਿਕਲਦੀਆਂ ਉਹਦੇ ਨਾਲ ਆਪੇ ਮਰ ਜਾਊਗਾ।
ਇੰਨਾ ਕੁਝ ਪਤਾ ਨਹੀਂ। ਜੋ ਗੈਸਾਂ, ਜੋ ਪੋਲੂਟਡ ਵਾਟਰ ਡੰਪ ਹੋ ਰਿਹਾ ਹੈ, ਅਸੀਂ ਆਪਦੇ ਘਰੋਂ ਕੂੜਾ ਬਾਹਰਲੇ ਕੰਧ ਦੇ ਪਰਲੇ ਪਾਸੇ ਸੁੱਟ ਕੇ ਕਹਿੰਦੇ ਨੇ ਅਸੀਂ ਸਫਾਈ ਕਰਤੀ, ਪਰ ਪਰਲੇ ਪਾਸੇ ਤਾਂ ਗੰਦ ਪੈ ਗਿਆ ਨਾ। ਸਫਾਈ ਉਦੋਂ ਹੋਊਗੀ ਜਦੋਂ ਸਾਰੇ ਘਰ ਸਾਫ਼ ਹੋਣਗੇ। ਬਹੁਤ ਸਾਰੀਆਂ ਤਕਨੀਕਾਂ ਕੂੜਾ ਖਤਮ ਕਰਨ ਵਾਲੀਆਂ ਲੈ ਕੇ ਆ ਰਹੇ ਹਾਂ। ਪਰਾਲੀ ਬਹੁਤ ਵੱਡੀ ਸਮੱਸਿਆ, ਪਰਾਲੀ ਤੇ ਆ ਜਾਂਦੀ ਹੈ। ਮੈਂ ਪਾਰਲੀਮੈਂਟ 'ਚ ਬੋਲਿਆ ਸੀ ਵੀ ਇੱਕ ਪਾਸੇ ਤਾਂ ਬੜੇ ਮਾਣ ਨਾਲ ਕਹਿੰਦੇ ਹੋ ਕਿ ਇਸ ਵਾਰ ਅਸੀਂ ਇੰਨੇ ਲੱਖ ਟਨ ਝੋਨਾ ਪੈਦਾ ਕਰਾਂਗੇ, ਤੇ ਮੈਂ ਕਿਹਾ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਇੰਨੇ ਲੱਖ ਟਨ ਜਦੋਂ ਝੋਨਾ ਪੈਦਾ ਹੋਊ ਨਾਲ ਉਹ ਤੋਂ ਵੱਧ ਲੱਖ ਟਨ ਪਰਾਲੀ ਵੀ ਪੈਦਾ ਹੋਊ। ਤੇ ਪਰਾਲੀ ਵੇਲੇ ਤੁਸੀਂ ਕਹਿ ਦਿੰਦੇ ਹੋ ਪਰਚਾ ਕਰਾਂਗੇ। ਝੋਨਾ ਲੈ ਲਿਆ, ਪਰਾਲੀ ਨੂੰ ਅੱਗ ਨਹੀਂ ਲਾਉਣੀ, ਪਰਚਾ ਕਰਾਂਗੇ। ਇਹ ਕਿਹੜਾ, ਮੈਂ ਕਿਹਾ ਵੀ ਅਪਰਾਧੀ ਅੰਨਦਾਤਾ ਬਣਾਤਾ ਤੁਸੀਂ ਵੀ ਮੈਥੋਂ ਝੋਨਾ ਤਾਂ ਲੈ ਗਏ, ਚੌਲ ਲੈ ਗਏ, ਤੇ ਜਿਹੜੀ ਰਹਿੰਦ ਖੂੰਹਦ ਹੈ ਜੇ ਮੈਂ ਉਹਦਾ ਕੁਝ ਕਰਦਾ ਤਾਂ ਮੇਰੇ ਤੇ ਪਰਚਾ ਹੋਊਗਾ। ਇਹ ਪਰਚਿਆਂ ਵਾਲਾ ਅੰਨਦਾਤਾ ਤਾਂ ਮੈਂ ਸੁਣਿਆ ਨਹੀਂ ਕਦੇ। ਸੋ ਇਸ ਕਰਕੇ ਮੈਂ 2-3 ਦਿਨ ਸਾਨੂੰ ਹੋਰ ਦਿਓ। ਗਵਰਨਮੈਂਟ ਵੱਲੋਂ ਬਹੁਤ ਸਾਰੇ ਅਫਸਰ, ਬਹੁਤ ਸਾਰੇ ਐਕਸਪਰਟ ਦੇਸ਼ ਵਿਦੇਸ਼ ਦੇ ਅਸੀਂ ਬੁਲਾਏ ਹੋਏ ਨੇ ਕਿ ਇਹਦਾ ਕੋਈ ਹੱਲ ਕਰ ਲਈਏ। ਮੈਨੂੰ BC ਸਾਹਿਬ ਨੇ ਦੱਸਿਆ ਕਿ ਜਿਨ੍ਹਾਂ ਨੇ 3 ਸਾਲ ਤੋਂ ਪਰਾਲੀ ਨਹੀਂ ਫੂਕੀ, ਵਿੱਚ ਹੀ ਵਾਹਤੀ, ਉਹਨਾਂ ਦੀ 2-2 ਕੁਇੰਟਲ ਕਣਕ ਦੀ ਆਮਦ ਜਿਹੜੀ ਹੈ, ਕਣਕ ਦਾ ਝਾੜ ਵੱਧ ਗਿਆ ਕਿਉਂਕਿ ਉਹ ਫਾਸਫੋਰਸ ਤੇ ਨਾਈਟ੍ਰੋਜਨ ਬਣ ਗਈ ਉਹ ਜਿਹੜੀ ਪਰਾਲੀ ਹੈ। ਪਰ ਸਾਨੂੰ ਪਰਾਲੀ ਫੂਕਣ ਦਾ ਸਭ ਤੋਂ ਵੱਡਾ ਕਾਰਨ ਉਹ ਕਿਸੇ ਨੂੰ ਨਹੀਂ ਪਤਾ ਹੋਣਾ। ਪਰਾਲੀ ਫੂਕਣ ਦਾ ਸਭ ਤੋਂ ਵੱਡਾ ਕਾਰਨ ਉਸੇ ਨੂੰ ਪਤਾ ਹੈ ਜਿਹੜਾ ਪਿੰਡ ਰਹਿੰਦਾ ਹੋਵੇ। ਮੈਂ ਦੱਸਿਆ ਉੱਥੇ ਜਾ ਕੇ, ਉਹ ਕਹਿੰਦੇ ਵੀ ਕਿਉਂ ਫੂਕਦੇ ਨੇ? ਕਹਿੰਦੇ ਤੁਸੀਂ ਬੱਸਾਂ ਤੇ ਲਿਖ ਕੇ ਲਾਓ ਪਰਾਲੀ ਨਾ ਫੂਕੋ, ਕੰਧਾਂ ਤੇ ਲਿਖੋ, ਪ੍ਰਚਾਰ ਕਰੋ ਪਰਾਲੀ ਨਾ ਫੂਕੋ। ਮੈਂ ਕਿਹਾ ਜੀ ਮੇਰੀ ਸੁਰਤ ਤੋਂ ਪਹਿਲਾਂ ਦਾ ਲਿਖਿਆ ਹੋਇਆ ਬੱਸਾਂ ਤੇ, ਹਮ ਦੋ ਹਮਾਰੇ ਦੋ। ਪਾਪੂਲੇਸ਼ਨ ਘਟ ਗਈ ਨਾ, ਉਹ ਦੋ ਨੇ ਨਾ ਉਹ ਦੋ ਨੇ। ਮੇਰੀ ਸੁਰਤ ਤੋਂ ਪਹਿਲਾਂ ਦਾ ਲਿਖਿਆ ਹੋਇਆ ਦੁਲਹਨ ਹੀ ਦਹੇਜ ਹੈ, ਦਾਜ ਲੈਣੋਂ ਹਟ ਗਏ ਨਹੀਂ। ਮੈਂ ਕਿਹਾ ਜੀ ਕੋਈ ਇਹਦਾ ਤਰੀਕਾ ਲੱਭੋ। ਕਹਿੰਦੇ ਲਾਉਂਦੇ ਕਿਉਂ ਨੇ? ਮੈਂ ਕਿਹਾ ਜੀ ਲਾਉਂਦੇ ਤਾਂ ਨੇ, ਇੱਕ ਫਸਲ ਤੋਂ ਦੂਜੀ ਫਸਲ ਤੱਕ ਸਿਰਫ 10 ਦਿਨ ਨੇ। ਝੋਨਾ ਬੀਜ ਦੀਵਾਲੀ ਕੁ ਵੇਲੇ ਨੇੜੇ ਤੇੜੇ ਵੇਚ ਕੇ ਆਵਾਂਗੇ, ਨਵੰਬਰ ਦੇ ਪਹਿਲੇ ਹਫਤੇ ਕਣਕ ਬੀਜਣੀ ਹੈ। ਉਹ 10 ਦਿਨਾਂ 'ਚ ਨਾ ਤਾਂ ਕਿਤੇ ਰੋਹੀ ਵਾਲੇ ਖੇਤੋਂ ਲਿਜਾ ਸਕਦੇ ਆ, ਉਹਨੂੰ ਢੋ ਸਕਦੇ ਆ, ਕਿੱਥੇ ਲੈ ਕੇ ਜਾਈਏ ਫਿਰ ਉਹਨੂੰ? ਉਹਦੇ ਵਾਸਤੇ ਸੀਖਾਂ ਦੀ ਡੱਬੀ ਕੰਮ ਆਉਂਦੀ ਹੈ ਵੀ ਚਲੋ ਫਿਰ ਹੁਣ ਕੀ ਕਰੀਏ। ਆ ਮੈਂ ਪੁੱਛਿਆ ਉੱਥੇ ਮੁੰਡੇ ਨੂੰ, ਮੈਂ ਕਹਿੰਦਾ ਹੱਲ ਕੀ ਹੈ? ਮੈਂ ਤਾਂ ਇਹ ਪੁੱਛਿਆ ਵੀ ਚਲੋ ਮੁੱਖ ਮੰਤਰੀ मर्जी इकट्ठे कर लो पैसे हीरे मोती, मगर ख्याल इतना रहे कफन पे जेब नहीं होती। कल्ले कफन जिहड़ा ना वो तो कोई सियाउण नहीं वजी हुंदी, और जिन्ना पिछे बंदा पाप करता ना वो सूरज भी नहीं छिपण दिंदे। वो कहंदे कोई गल नहीं, कोट शमीर वाली भूआ बाद च आजू फुल्लां ते घेरा चक्को परिवार च माहौल ठीक नहीं हैगा, रोटी पकाउणी है। उन्हां वास्ते ही मरदा रहिंदा सारी उमर, वो सूरज भी नहीं छिपण दिंदे। वो कहंदे बाद देख लांगे फुल्लां ते। सो इस करके एक दूजे की सहायता करो। जे कोई गरीब गुरबा तुहाडे कोले आउंदा है रोजी रोटी लई, जरूर उन्होंने रोजी रोटी दे दो, क्योंकि जे किसी के मूँह च बुरकी पैंदी है तो इस तो वड्डा कोई पुन्न नहीं। पता नहीं रब किहड़ियां रंगां च राजी हुंदा है। मैनूं कई बारी कुछ इहो जिहे बच्चे मिल लैंदे ने जिहड़े फिजिकली ठीक नहीं हुंदे,
ਲੋਕ ਕਹਿੰਦੇ ਜੀ ਨਹੀਂ ਇਹਦੇ ਨਾਲ ਨਹੀਂ ਮਿਲਾਉਣਾ ਤੁਹਾਨੂੰ, ਇਹ ਠੀਕ ਨਹੀਂ ਹੈਗਾ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਮਿਲਾ ਦਿਓ, ਮੈਨੂੰ ਫੋਟੋ ਵੀ ਕਰਾਓ। ਨਾ ਜਾਣੇ ਕਿਸ ਭੇਸ ਮੇਂ ਨਾਰਾਇਣ ਮਿਲ ਜਾਏ, ਕੀ ਪਤਾ ਰੱਬ ਕਿਹੜੇ ਭੇਸ 'ਚ ਆਪਣੇ ਟੈਸਟ ਲੈਂਦਾ ਫਿਰਦਾ ਹੈ ਕਿ ਤੁਹਾਨੂੰ ਅਸੀਂ ਇਨਸਾਨ ਬਣਾਇਆ ਸੀ, ਇੱਕ ਦੂਜੇ ਦੇ ਕੰਮ ਆਉਣੇ ਹੋ ਜਾਂ ਨਹੀਂ। ਸੋ ਵੀਰੋ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਹਾਡਾ ਮੈਂ ਇੰਨਾ ਟਾਈਮ ਲੈ ਲਿਆ, ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਇਸੇ ਤਰ੍ਹਾਂ ਪਿਆਰ ਤੇ ਸਤਿਕਾਰ ਦਿੰਦੇ ਰਹੋ। ਆ ਬਾਕੀ ਜਿਹੜੇ ਬੋਲਦੇ ਨੇ ਇਹਨਾਂ ਦੀ ਪਰਵਾਹ ਨਾ ਕਰਿਆ ਕਰੋ, ਠੀਕ ਹੈ ਨਾ। ਇਹ ਪਹਿਲੀ ਤੁਸੀਂ ਇਹਨਾਂ ਦਾ ਕੰਮ ਕਰਤਾ, ਹੁਣ ਆਪਾਂ ਨੋਟ ਮੈਂ, ਆਪਾਂ ਸਿਸਟਮ ਦੇ ਮਾਲਕਾਂ, ਜਿਵੇਂ ਕਹੋਗੇ ਉਵੇਂ ਕਰਾਂਗੇ। ਬਹੁਤ ਬਹੁਤ ਧੰਨਵਾਦ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ ਜਿੰਦਾਬਾਦ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ, ਹੌਲੀ ਜਾਇਓ, ਆਰਾਮ ਨਾਲ ਜਾਇਓ। ਧਾਲੀਵਾਲ ਸਾਹਿਬ ਬਹੁਤ 2 ਮਿੰਟ ਮਾਨ ਸਾਹਿਬ ਨੂੰ। ਸਰ ਅਸੀਂ 2 ਮਿੰਟ ਤੁਹਾਡੇ ਲੈਣੇ ਆ। ਮੈਂ ਸਾਰੇ ਐਮਐਲਏ ਸਾਹਿਬਾਨ ਨੂੰ ਬੇਨਤੀ ਕਰਨੀ ਹੈ ਕਿ ਵਿਰਾਜਮਾਨ ਹੋਵੋ ਆਪਣੀ ਆਪਣੀ ਸੀਟ ਤੇ। ਧਾਲੀਵਾਲ ਸਾਹਿਬ, ਭੁੱਲਰ ਸਾਹਿਬ, ਤੁਸੀਂ ਮਾਨ ਸਾਹਿਬ ਨੂੰ ਅੱਗੇ ਲੈ ਆਓ, ਆਪਾਂ 2 ਮਿੰਟ ਹੀ ਲੈ ਲੈਣੇ ਆ। ਮਾਨ ਸਾਹਿਬ ਅਸੀਂ 2 ਮਿੰਟ ਤੁਹਾਡੇ ਲੈਣੇ ਆ। ਨਾਲ ਮਾਨਯੋਗ ਵਾਈਸ ਚਾਂਸਲਰ ਸਾਹਿਬ ਡਾਕਟਰ ਗੋਸਲ, ਡਾਕਟਰ